ਸਤਨਾਮ ਵਾਹਿਗੁਰੂ ਸਾਹਿਬ ਜੀ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਸ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਕਬੀਰ ਜੀ ਤਿਪਦੇ, ਕਾਂਚਨ ਸਿਉ ਪਾਈਐ ਨਹੀਂ ਤੋਲ। ਮਨ ਦੇ ਰਾਮ ਲਿਆ ਹੈ ਮੋਲ। ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਰਹਾਉ ਬ੍ਰਹਮੈ ਕਥ ਕਥ ਅੰਤ ਨਾ ਪਾਇਆ, ਰਾਮ ਭਗਤ ਬੈਠੇ ਘਰ ਆਇਆ। ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਲੜੀਵਾਰ ਕਹੀ। ਕਾਫੀ ਸਮੇਂ ਤੋਂ ਵਿਚਾਰ ਹੋ ਰਹੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 327 ਅੰਗ ਤੇ ਭਗਤ ਕਬੀਰ ਜੀ ਦੀ ਬਾਣੀ ਹੈ। ਭਗਤ ਕਬੀਰ ਜੀ ਬਾਣੀ ਦੁਆਰਾ ਸਮਝਾ ਰਹੇ ਹਨ। ਗੌੜੀ ਰਾਗ ਦੇ ਅੰਦਰ ਇੱਕ ਵਾਰ ਭਗਤ ਕਬੀਰ ਜੀ ਦੇ ਪਾਸ ਇੱਕ ਰਾਜਾ ਆਇਆ। ਇੱਕ ਵਾਰ ਭਗਤ ਕਬੀਰ ਜੀ ਦੇ ਪਾਸ ਇੱਕ ਰਾਜਾ ਆਇਆ। ਉਸਨੇ ਮੋਹਰਾਂ ਹੀਰੇ ਮੋਤੀਆਂ ਦਾ ਥਾਲ ਭਗਤ ਜੀ ਨੂੰ ਭੇਟ ਕੀਤਾ ਤੇ ਕਹਿਣ ਲੱਗਾ ਕਿ ਹੇ ਮਹਾਰਾਜ, ਮੈਨੂੰ ਪਰਮੇਸ਼ਰ ਦਾ ਨਾਮ ਇਹਨਾਂ ਮੋਹਰਾਂ ਬਦਲੇ, ਹੀਰਿਆਂ ਬਦਲੇ, ਮੋਤੀਆਂ ਬਦਲੇ ਦੇਣਾ ਕਰੋ। ਇਹ ਸੁਣ ਕੇ ਭਗਤ ਕਬੀਰ ਜੀ ਕਹਿਣ ਲੱਗੇ ਕਿ ਕਾਂਚਨ ਸਿਉ ਪਾਈਐ ਨਹੀਂ ਤੋਲ। ਕਿ ਹੇ ਰਾਜਨ, ਕਾਂਚਨ ਸੋਨੇ ਦੀਆਂ ਮੋਹਰਾਂ ਦੇ ਨਾਲ ਤੋਲ ਕਰਕੇ ਕਿਸੇ ਪ੍ਰਕਾਰ ਪਰਮੇਸ਼ਰ ਦਾ ਨਾਮ ਨਹੀਂ ਪ੍ਰਾਪਤ ਕੀਤਾ ਜਾਂਦਾ। ਭਾਵ ਜੇਕਰ ਸੋਨੇ ਨਾਲ ਹੀ ਪਾਇਆ ਜਾਂਦਾ ਤਾਂ ਰਾਵਣ ਦੀ ਸਾਰੀ ਲੰਕਾ ਸੀ। ਜਿਹੜੀ ਰਾਵਣ ਦੀ ਸਾਰੀ ਲੰਕਾ ਸੀ ਸੋਨੇ ਦੀ ਸੀ, ਉਸ ਨੂੰ ਤਾਂ ਨਾਮ ਪ੍ਰਾਪਤ ਹੋ ਜਾਣਾ ਸੀ। ਰਾਵਣ ਨੇ ਵੀ ਤਰ ਜਾਣਾ ਸੀ। ਫਿਰ ਕੋਈ ਮਰਜ਼ੀ ਸਮੇਰ ਪਰਬਤ ਨੂੰ ਦਾਨ ਕਰਕੇ ਪ੍ਰਾਪਤ ਕਰ ਲਵੇ।
ਰਾਜਿਆਂ ਕੋਲੇ ਸਾਰੀ ਧਰਤੀ ਦਾ ਰਾਜ ਹੁੰਦਾ ਹੈ ਕਿ ਉਹ ਜਿਸ ਪਰਬਤ ਦੇ ਵਿੱਚੋਂ, ਪਹਾੜ ਦੇ ਵਿੱਚੋਂ ਸੋਨਾ ਨਿਕਲਦਾ ਹੈ ਉਹ ਦਾਨ ਕਰਕੇ ਪਰਮੇਸ਼ਰ ਦਾ ਨਾਮ ਪ੍ਰਾਪਤ ਕਰ ਲੇ। ਫਿਰ ਰਾਜਾ ਕਹਿਣ ਲੱਗਿਆ, ਭਗਤ ਕਬੀਰ ਜੀ ਤੁਸੀਂ ਕਿਵੇਂ ਪਰਮੇਸ਼ਰ ਦਾ ਨਾਮ ਪ੍ਰਾਪਤ ਕੀਤਾ ਹੈ? ਭਗਤ ਜੀ ਕਹਿਣ ਲੱਗੇ, ਮਨ ਦੇ ਰਾਮ ਲਿਆ ਹੈ ਮੋਲ। ਕਿ ਭਗਤ ਜੀ ਰਾਜੇ ਨੂੰ ਕਹਿਣ ਲੱਗੇ, ਅਸੀਂ ਆਪਣਾ ਮਨ, ਆਪਣਾ ਹਿਰਦਾ ਉਸ ਪਰਮੇਸ਼ਰ ਦੇ ਚਰਨਾਂ ਵਿੱਚ ਭੇਟਾ ਕਰਕੇ ਪਰਮੇਸ਼ਰ ਦੇ ਨਾਮ ਨੂੰ ਮੁੱਲ ਲੈਣਾ ਕੀਤਾ ਹੈ। ਫਿਰ ਰਾਜਨ ਕਹਿਣ ਲੱਗਿਆ, ਹੇ ਕਬੀਰ ਜੀ ਫਿਰ ਮੈਨੂੰ ਵੀ ਦਿਓ ਜੋ ਰਾਮ ਦਾ ਨਾਮ ਹੈ। ਭਗਤ ਕਬੀਰ ਜੀ ਕਹਿਣ ਲੱਗੇ, ਹੇ ਰਾਜਨ ਜਿਹੜੀ ਆਪਣੇ ਰੱਖਣ ਵਾਲੀ ਵਸਤੂ ਹੋਵੇ ਉਹ ਦਿੱਤੀ ਨਹੀਂ ਜਾ ਸਕਦੀ, ਕਿਉਂਕਿ ਅਬ ਮੋਹੇ ਰਾਮ ਆਪਣਾ ਕਰ ਜਾਣਿਆ। ਭਗਤ ਜੀ ਕਹਿਣ ਲੱਗੇ, ਹੁਣ ਮੈਂ ਰਾਮ ਪਰਮੇਸ਼ਰ ਨੂੰ ਆਪਣਾ ਆਤਮਾ ਰੂਪ ਕਰਕੇ ਜਾਣਿਆ ਹੈ, ਇਹ ਮੈਂ ਦੇ ਨਹੀਂ ਸਕਦਾ, ਕਿਉਂਕਿ ਸਹਿਜ ਸੁਭਾਏ ਮੇਰਾ ਮਨ ਮਾਨਿਆ। ਉਸ ਸਹਿਜ ਸੁਭਾਏ ਸੁਤੇ ਸਿੱਧ ਮੇਰਾ ਸਾਡਾ ਹਿਰਦਾ ਮੰਨ ਗਿਆ ਹੈ ਕਿ ਸਾਰੀਆਂ ਵਾਸਨਾਵਾਂ ਦੀ ਲੈ ਹੋਣ ਕਰਕੇ, ਮਨ ਸ਼ਾਂਤੀ ਸੁਭਾਅ ਹੋਣ ਕਰਕੇ, ਸੁਤੇ ਸਿੱਧ ਹੀ ਗਿਆਨ ਸਰੂਪ ਪ੍ਰਕਾਸ਼ ਸਰੂਪ ਵਿੱਚ ਸਾਡਾ ਮਨ ਮੰਨ ਗਿਆ ਹੈ। ਰਹਾਉ ਵਿਸ਼ਰਾਮ ਦੇ ਕੇ ਭਗਤ ਜੀ ਅੱਗੇ ਬਾਣੀ ਦੁਆਰਾ ਸਮਝਾ ਰਹੇ ਹਨ, ਬ੍ਰਹਮੈ ਕਥ ਖਤ ਅੰਤ ਨਾ ਪਾਇਆ। ਭਗਤ ਜੀ ਕਹਿਣ ਲੱਗੇ, ਬ੍ਰਹਮਾ ਜੀ ਨੇ ਕਥਨੇ ਯੁਗ ਵੇਦਾਂ ਦਾ ਕਥਨ ਕਰ ਕਰਕੇ ਉਪਦੇਸ਼ ਦਿੱਤਾ, ਭਾਵ 80,000 ਸੁਰਤੀਆਂ ਵਿੱਚ ਕਰਮ ਕਾਂਡਾਂ ਵਿੱਚ ਲੋਕਾਂ ਨੂੰ ਲਾਇਆ, 16,000 ਉਪਾਸਨਾ ਵਿੱਚ ਲਾਇਆ ਤੇ 4,000 ਗਿਆਨ ਕਾਂਡ ਵਿੱਚ ਲਾਇਆ ਬ੍ਰਹਮਾ ਨੇ। ਇਉਂ ਉਸ ਪਰਮੇਸ਼ਰ ਦਾ ਅੰਤ ਨਾ ਪਾਇਆ, ਅੰਤ ਨਹੀਂ ਪਾਇਆ ਗਿਆ, ਓੜਕ ਨਹੀਂ ਪਾਇਆ ਗਿਆ। ਬ੍ਰਹਮੈ ਕਥ ਖਤ ਅੰਤ ਨਾ ਪਾਇਆ ਕਿ ਬ੍ਰਹਮਾ ਜੀ ਨੇ ਕਥਨੇ ਯੋਗ ਵੇਦਾਂ ਦਾ ਕਥਨ ਕੀਤਾ ਤੇ ਉਸ ਵੇਦਾਂ ਦੇ ਉਪਦੇਸ਼ ਦੇਣਾ ਕੀਤਾ। ਵੇਦਾਂ ਦੇ ਵਿੱਚ 80,000 ਸੁਰਤੀਆਂ ਵਿੱਚ, ਸਿਮਰਤੀਆਂ ਵਿੱਚ ਕਰਮ ਕਾਂਡਾਂ ਦੇ ਸ਼ਲੋਕ ਲਿਖੇ ਹਨ ਤੇ 16,000 ਉਪਾਸਨਾ ਕਾਂਡ ਦੇ ਸ਼ਲੋਕ ਲਿਖੇ ਹਨ, 4,000 ਗਿਆਨ ਕਾਂਡ ਦੇ ਕਰਮ ਲਿਖੇ ਹਨ। ਜਿਹੜਾ ਗਿਆਨ ਕਾਂਡ ਦੇ ਕਰਮ ਹਨ ਇਹਨਾਂ ਦੁਆਰਾ ਪਰਮੇਸ਼ਰ ਪਾਇਆ ਜਾਂਦਾ ਹੈ। ਜਿਵੇਂ ਗੁਰੂ ਦੀ ਬਾਣੀ, ਬਾਣੀ ਦੀ ਵਿਚਾਰ ਗਿਆਨ ਕਰਵਾਉਂਦੀ ਹੈ, ਗਿਆਨ ਦੁਆਰਾ ਹੀ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ, ਕਿਉਂਕਿ ਜਦ ਗੁਰਬਾਣੀ ਨਾਮ ਦੇ ਨਾਲ ਜੋੜਦੀ ਹੈ ਤਾਂ ਇਹ ਜੀਵ ਗੁਰਬਾਣੀ ਦੇ ਨਾਲ ਜੁੜ ਕੇ, ਗੁਰਬਾਣੀ ਦਾ ਉਪਦੇਸ਼ ਹੀ ਇੱਕੋ ਹੈ ਕਿ ਪਰਮੇਸ਼ਰ ਦਾ ਨਾਮ ਜਪਿਆ ਕਰ ਭਾਈ। ਜਿਹੜਾ ਮਨੁੱਖਾ ਜਨਮ ਦਾ ਤੇਰਾ ਲਾਹਾ ਹੈ, ਇਹ ਇਹੋ ਹੀ ਲਾਹਾ ਹੈ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕਪਕੜੇ ਸਭ ਮੁਕਦੀ ਚੱਲੀ ਰਹਿਣ। ਤੇ ਤੂੰ ਇੱਕੋ ਇੱਕ ਲਾਹਾ ਲੈਣ ਆਇਆ ਹੈ, ਪਰਮੇਸ਼ਰ ਦੇ ਨਾਲ ਇੱਕ ਮਿਕ ਹੋ ਕੇ ਆਪਣਾ ਜਨਮ ਸਫਲਾ ਕਰ ਲੈ। ਇਉਂ ਰਾਮ ਭਗਤ ਬੈਠੇ ਘਰ ਆਇਆ ਕਿ ਕਬੀਰ ਜੀ ਨੂੰ ਰਾਜਨ ਕਹਿਣ ਲੱਗਿਆ, ਤੁਹਾਨੂੰ ਫਿਰ ਕਿਵੇਂ ਪ੍ਰਾਪਤ ਹੋਇਆ ਪਰਮੇਸ਼ਰ ਦਾ ਨਾਮ ਜਿਹੜਾ ਤੁਸੀਂ ਜਪਦੇ ਹੋ, ਉਹ ਤੁਹਾਨੂੰ ਕਿਵੇਂ ਪ੍ਰਾਪਤ ਹੋਇਆ? ਭਗਤ ਜੀ ਕਹਿਣ ਲੱਗੇ, ਰਾਮ ਭਗਤ ਬੈਠੇ ਘਰ ਆਇਆ ਕਿ ਹੇ ਰਾਜਨ, ਜਿਸ ਸਮੇਂ ਅਸੀਂ ਰਾਮ ਰਮੇ ਹੋਏ ਪਰਮੇਸ਼ਰ ਦੀ ਭਗਤੀ ਵਿੱਚ ਬੈਠੇ ਇਸਤਿਤ ਹੋਏ ਤਾਂ ਉਹ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਹੀ ਆ ਕੇ ਪ੍ਰਾਪਤ ਹੋ ਗਿਆ ਹੈ। ਜਿਨ੍ਹਾਂ ਦੇ ਚਿੱਤ ਪਰਮੇਸ਼ਰ ਦੀ ਭਗਤੀ ਵਿੱਚ ਇਸਤਿਤ ਹੋਣਗੇ, ਪਰਮੇਸ਼ਰ ਦੀ ਭਗਤੀ ਦੇ ਵਿੱਚ ਜੁੜੇ ਹੋਣਗੇ, ਉਹਨਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਆ ਕੇ ਵਸ ਜਾਂਦਾ ਹੈ। ਫਿਰ ਰਾਜਾ ਕਹਿਣ ਲੱਗਿਆ, ਹੇ ਕਬੀਰ ਜੀ, ਸਾਡੀ ਬੁੱਧੀ ਹੈ ਜਿਹੜੀ, ਉਸ ਵਿੱਚ ਕਿਉਂ ਨਹੀਂ ਜੁੜਦੀ ਪਰਮੇਸ਼ਰ ਦੇ ਨਾਮ ਦੇ ਵਿੱਚ, ਪਰਮੇਸ਼ਰ ਦੇ ਪ੍ਰੇਮ ਦੇ ਵਿੱਚ? ਭਗਤ ਜੀ ਕਹਿਣ ਲੱਗੇ, ਕਹੋ ਕਬੀਰ ਚੰਚਲ ਮਤ ਤਿਆਗੀ,
ਕੇਵਲ RAM ਭਗਤ ਨਿਜ ਭਾਗੀ। ਭਗਤ ਜੀ ਕਥਨ ਕਰਦੇ ਹਨ ਕਿ ਜਿਹੜੀ ਨਾਨਾ ਪ੍ਰਕਾਰ ਪਦਾਰਥਾਂ ਦੇ ਵਿੱਚ ਨਿਸ਼ਚੇ ਕਰਕੇ ਚੰਚਲ ਤਾਈ ਵਾਲੀ ਵਿਸ਼ੇ ਵਿਸ਼ੈਣੀ ਬੁੱਧੀ ਹੈ, ਜਦੋਂ ਇਹ ਤਿਆਗ ਦਿੱਤੀ, ਛੱਡ ਦਿੱਤੀ, ਚੰਚਲ ਤਾਈ ਬੁੱਧੀ ਦੇ ਵਿੱਚੋਂ ਤਿਆਗ ਦਿੱਤੀ, ਉਸ ਵੇਲੇ ਕੇਵਲ ਸਿਰਫ ਪਰਮੇਸ਼ਰ ਦੀ ਭਗਤੀ ਹੀ ਸਾਡੇ ਭਾਗਾਂ ਵਿੱਚ ਆਈ ਹੈ। ਇਹ ਸਾਡੇ ਕੋਈ ਨਿਸਕਾਮ ਕਰਮ ਕੀਤੇ ਹੋਏ ਹਨ, ਜਿਨ੍ਹਾਂ ਕਰਕੇ ਕੇਵਲ ਸਿਰਫ ਭਗਤੀ ਹੀ ਸਾਨੂੰ ਪ੍ਰਾਪਤ ਹੋਈ ਹੈ। ਤੇ ਭਗਤੀ ਦੇ ਪ੍ਰਤਾਪ ਕਰਕੇ ਜਿਹੜਾ ਆਪਣਾ ਆਪ ਦੇ ਅਭਿਮਾਨ ਸੀ, ਹੰਕਾਰ ਸੀ, ਇਹ ਭਗਤੀ ਦੇ ਕਰਕੇ ਹੀ ਪਿਛਲੇ ਕਰਮਾਂ ਦੇ ਲਿਖੇ ਮੱਥੇ ਦੇ ਲੇਖ ਲਿਖੇ ਹੋਣ ਕਰਕੇ, RAM ਪਰਮੇਸ਼ਰ ਦੀ ਭਗਤੀ ਹੋਣ ਕਰਕੇ ਪਰਮੇਸ਼ਰ ਪ੍ਰਾਪਤ ਹੋਇਆ ਹੈ। ਅੱਗੇ ਭਗਤ ਕਬੀਰ ਜੀ ਜਿੱਥੇ ਵੀ ਬਾਣੀ ਉਚਾਰਨ ਕਰਦੇ ਹਨ, ਉੱਥੇ ਕਿਸੇ ਨਾ ਕਿਸੇ ਕਾਰਨ ਕਰਕੇ ਵਿਚਾਰੀ ਜਾਂਦੀ ਸੀ। ਕਿਸੇ ਥਾਂ ਭਗਤ ਜੀ ਨੂੰ ਬ੍ਰਾਹਮਣ ਲੋਕ ਆ ਕੇ ਘੇਰ ਲੈਂਦੇ ਸਨ, ਕਿਸੇ ਥਾਂ ਰਾਜੇ ਲੋਕ ਘੇਰ ਲੈਂਦੇ ਸਨ, ਕਿਤੇ ਵਿਸ਼ਈ ਲੋਕ ਘੇਰ ਲੈਂਦੇ ਸਨ। ਜਦੋਂ ਭਗਤ ਜੀ ਕੋਲ ਆ ਕੇ ਪੁੱਛਦੇ ਤਾਂ ਭਗਤ ਜੀ ਬਾਣੀ ਦੁਆਰਾ ਹੀ ਉਹਨਾਂ ਨੂੰ ਉਪਦੇਸ਼ ਦਿਆ ਕਰਦੇ ਸਨ ਕਿ ਇੱਕ ਵਾਰੀ ਕਾਂਸੀ ਵਿੱਚ ਬਿਮਾਰੀ ਫੈਲ ਗਈ, ਲੋਕਾਂ ਨੂੰ ਅਤੀਸਾਰ ਅਮੋੜ ਆਦਿਕ ਲੱਗ ਗਏ, ਕਿ ਅਤੀਸਾਰ ਮਰੋੜ ਲੱਗ ਗਏ, ਜਿਸ ਕਰਕੇ ਅਨੇਕਾਂ ਲੋਕਾਂ ਦੀ ਮ੍ਰਿਤੂ ਹੋ ਗਈ। ਤੇ ਕਈ ਲੋਕ ਕਾਂਸੀ ਛੱਡ ਕੇ ਬਾਹਰ ਨਿਕਲ ਗਏ ਕਿ ਕਾਂਸੀ ਵਿੱਚ ਬਿਮਾਰੀ ਫੈਲ ਗਈ ਹੈ। ਜੈਸੇ ਹੁਣ ਕਰੋਨਾ ਦਾ ਕਰਕੇ ਲੋਕ ਬਹੁਤ ਬਚਾਅ ਕਰਦੇ ਸੀ, ਇਸੇ ਕਰਕੇ ਕਾਂਸੀ ਜੀ ਤੋਂ ਬਾਹਰ ਚਲੇ ਗਏ ਲੋਕ ਬਚਾਅ ਵਾਸਤੇ। ਪਰ ਭਗਤ ਕਬੀਰ ਜੀ ਉੱਥੇ ਕਾਂਸੀ ਦੇ ਵਿੱਚ ਹੀ ਰਹੇ। ਤਾਂ ਲੋਕਾਂ ਨੇ ਕਿਹਾ ਕਿ ਕਬੀਰ ਜੀ ਇੱਥੇ ਕਾਂਸੀ ਵਿੱਚ ਬਿਮਾਰੀ ਫੈਲ ਗਈ ਹੈ, ਲੋਕ ਮਰ ਰਹੇ ਹਨ, ਤੇ ਤੁਸੀਂ ਅਜੇ ਇੱਥੇ ਹੀ ਬੈਠੇ ਹੋ, ਤੁਸੀਂ ਵੀ ਸਾਡੇ ਨਾਲ ਬਾਹਰ ਚੱਲੋ। ਕਬੀਰ ਜੀ ਕਹਿਣ ਲੱਗੇ, ਹੇ ਭਾਈ, ਨਾਲੇ ਤੁਸੀਂ ਕਹਿੰਦੇ ਹੋ ਕਿ ਕਾਂਸੀ ਵਿੱਚ ਮਰਨ ਵਾਲੇ ਨੂੰ ਮੁਕਤੀ ਮਿਲਦੀ ਹੈ, ਤੇ ਨਾਲੇ ਤੁਸੀਂ ਹੁਣ ਕਾਂਸੀ ਛੱਡ ਕੇ ਭੱਜੇ ਜਾਂਦੇ ਹੋ। ਤਾਂ ਲੋਕ ਕਹਿਣ ਲੱਗੇ ਕਿ ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ। ਤਾਂ ਭਗਤ ਜੀ ਉੱਤਰ ਦਿੰਦੇ ਹਨ, ਜਿਹ ਮਰਨੈ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਭਗਤ ਜੀ ਕਹਿਣ ਲੱਗੇ, ਜਿਹ ਮਰਨੈ ਸਭ ਜਗਤ ਤਰਾਸਿਆ, ਜਿਸ ਮਰਨ ਤੋਂ ਸਾਰਾ ਜਗਤ ਸਾਰਾ ਸੰਸਾਰ ਤਰਾਸਿਆ ਡਰਦਾ ਫਿਰਦਾ ਹੈ, ਉਹ ਜਿਹੜਾ ਮਰਨਾ ਹੈ ਸਾਨੂੰ ਗੁਰ ਸ਼ਬਦ ਪ੍ਰਗਾਸਿਆ, ਸਾਨੂੰ ਗੁਰੂ ਦੇ ਸ਼ਬਦ ਗੁਰੂ ਦੇ ਉਪਦੇਸ਼ ਨੇ ਪ੍ਰਗਟ ਕਰਕੇ ਦੱਸ ਦਿੱਤਾ ਹੈ। ਜੀਵ ਭਾਵ ਤੋਂ ਮਰਨ ਤੋਂ ਸਾਰਾ ਜਗਤ ਹੀ ਡਰਦਾ ਹੈ, ਉਸ ਜੀਵਤ ਭਾਵ ਤੋਂ ਮਰਨਾ ਸਾਨੂੰ ਗੁਰੂ ਦੇ ਸ਼ਬਦ ਨੇ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਭਗਤ ਜੀ ਅੱਗੇ ਕਹਿਣ ਲੱਗੇ, ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਰਹਾਉ। ਭਗਤ ਜੀ ਕਹਿਣ ਲੱਗੇ, ਫਿਰ ਹੁਣ ਅਸੀਂ ਕਿਸ ਪ੍ਰਕਾਰ ਮੌਤ ਕਰਕੇ ਮਰਾਂਗੇ, ਜਦੋਂ ਸਾਡਾ ਜੀਵਤ ਭਾਅ ਤੋਂ ਮਰਨ ਵਿੱਚ ਮਾਨ ਚਿੱਤ ਮੰਨ ਗਿਆ ਹੈ ਕਿ ਇੱਥੇ ਹੀ ਕਾਂਸੀ ਦੇ ਵਿੱਚ ਮਰਾਂਗੇ। ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ, ਮਰ ਮਰ ਕੇ ਮੌਤ ਦੇ ਮਾਰੇ ਹੋਏ ਉਹ ਜੂਨਾਂ ਵਿੱਚ ਜਾਂਦੇ ਹਨ, ਜਿਨ੍ਹਾਂ ਨੇ ਜੀਵਤ ਭਾਅ ਤੋਂ ਮਰ ਕੇ ਪਰਮੇਸ਼ਰ ਨੂੰ ਨਹੀਂ ਜਾਣਨਾ ਕੀਤਾ। ਰਹਾਉ ਵਿਸ਼ਰਾਮ ਦੇ ਕੇ ਭਗਤ ਜੀ ਅੱਗੇ ਸਮਝਾ ਰਹੇ ਹਨ, ਮਰਨੋ ਮਰਨ ਕਹੈ ਸਭ ਕੋਈ, ਮੂੰਹੋਂ ਤਾਂ ਮਰਨੋ ਮਰਨ ਮਰਨਾ ਹੈ ਸਭ ਕੋਈ ਹੀ ਕਹਿੰਦੇ ਹਨ। ਜਿਹੜਾ ਸਹਿਜੇ ਮਰੈ ਅਮਰ ਹੋਏ ਸੋਈ, ਕਿ ਜਿਹੜਾ ਸਹਿਜੇ ਸੁਤੇ ਸਿੱਧ
ਜੀਵਤ ਭਾ ਤੋਂ ਮਰਦਾ ਹੈ, ਉਹ ਅਮਰ ਮੌਤ ਤੋਂ ਰਹਿਤ ਹੋ ਜਾਂਦਾ ਹੈ। ਜਿਹੜਾ ਗਿਆਨ ਦੀ ਪ੍ਰਾਪਤੀ ਕਰਕੇ ਜੀਵਤ ਭਾ ਤੋਂ ਮਰਦਾ ਹੈ, ਉਹ ਮਰਨ ਤੋਂ ਰਹਿਤ ਬ੍ਰਹਮ ਸਰੂਪ ਹੀ ਹੋ ਜਾਂਦਾ ਹੈ, ਅਮਰ ਪਦਵੀ ਨੂੰ ਪਾ ਲੈਂਦਾ ਹੈ। ਕਹੋ ਕਬੀਰ ਮਨ ਭਇਆ ਆਨੰਦਾ, ਗਿਆ ਭਰਮ ਰਹਿਆ ਪਰਮਾਨੰਦਾ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਸਾਡੇ ਮਨ, ਸਾਡੇ ਹਿਰਦੇ ਵਿੱਚ ਸਰੂਪ ਦੀ ਸਖਿਆਤਤਾ ਦਾ ਆਨੰਦ ਮੰਗਲ ਪ੍ਰਾਪਤ ਹੋ ਗਿਆ ਹੈ, ਖੁਸ਼ੀਆਂ ਪ੍ਰਾਪਤ ਹੋ ਗਈਆਂ ਹਨ। ਜਿਹੜਾ 5 ਪ੍ਰਕਾਰ ਦਾ ਭਰਮ ਸੰਸਾ ਸੀ ਉਹ ਚਲਿਆ ਗਿਆ ਹੈ, ਅਤੇ ਜੋ ਅਸਤੀ ਭ੍ਰਾਂਤੀ ਪ੍ਰੇਤਾ ਰੂਪ ਪਰਮਾਨੰਦ ਵੱਡਾ ਆਨੰਦ ਸਰੂਪ ਪਰਮੇਸ਼ਰ ਹੈ, ਉਹ ਮੇਰੇ ਅੰਤਸਕਰਨ ਵਿੱਚ ਹਿਰਦੇ ਵਿੱਚ ਆ ਕੇ ਰਹਿ ਗਿਆ ਹੈ, ਇਸਤਤ ਹੋ ਗਿਆ ਹੈ। ਅੱਗੇ ਭਗਤ ਜੀ ਅਗਲੇ ਸ਼ਬਦ ਦੇ ਵਿੱਚ ਸਮਝਾ ਰਹੇ ਹਨ। ਗੌੜੀ ਕਬੀਰ ਜੀ ਗੌੜੀ ਰਾਗ ਦੇ ਅੰਦਰ ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਇੱਕ ਵਾਰ ਦੀ ਗੱਲ ਹੈ, ਭਗਤ ਕਬੀਰ ਸਾਹਿਬ ਜੀ ਸਮਾਧੀ ਲਾ ਕੇ ਮਸਤ ਰਿਹਾ ਕਰਨ। ਸਮਾਧੀ ਲਾ ਕੇ ਭਗਤ ਕਬੀਰ ਜੀ ਮਸਤ ਰਿਹਾ ਕਰਨ, ਕੋਈ ਕਾਰ ਵਿਹਾਰ ਨਾ ਕਰਨ। ਤਾਂ ਇਹਨਾਂ ਦੀ ਇਹ ਹਾਲਤ ਵੇਖ ਕੇ ਇਹਨਾਂ ਦੇ ਮਾਤਾ ਜੀ ਨੂੰ ਚਿੰਤਾ ਪੈ ਗਈ ਕਿ ਮੇਰਾ ਪੁੱਤਰ ਬਿਮਾਰ ਹੋ ਗਿਆ ਹੈ, ਕੋਈ ਵੀ ਕਾਰ ਵਿਹਾਰ ਨਹੀਂ ਕਰਦਾ, ਕਿਸੇ ਨਾਲ ਬੋਲਦਾ ਚਾਲਦਾ ਨਹੀਂ ਹੈ। ਉਸ ਵਕਤ ਮਾਤਾ ਜੀ ਨੇ ਇੱਕ ਵੈਦ ਨੂੰ ਲਿਆਂਦਾ। ਵੈਦ ਜੀ ਘਰ ਆਏ ਭਗਤ ਕਬੀਰ ਜੀ ਤੇ, ਤਾਂ ਕਬੀਰ ਜੀ ਪਰਾ ਭਗਤੀ ਦੀ ਹਾਲਤ ਵਿੱਚ ਪਏ ਸਨ, ਪਰਾ ਭਗਤੀ ਦੀ ਹਾਲਤ ਵਿੱਚ ਪਏ ਸਨ, ਭਗਤੀ ਦੇ ਵਿੱਚ ਲੱਗੇ ਹੋਏ ਹਨ। ਵੈਦ ਜੀ ਨੇ ਜੋ ਨਬਜ ਵੇਖ ਕੇ ਕਿਹਾ ਕਿ ਉਹ ਭਗਤ ਕਬੀਰ ਆਪਣੀ ਰਸਨਾ ਦੁਆਰਾ ਕਥਨ ਕਰਦੇ ਹਨ। ਜਿਹੜਾ ਵੈਦ ਜੀ ਨੇ ਜੋ ਨਬਜ ਵੇਖ ਕੇ ਕਿਹਾ ਭਗਤ ਜੀ ਨੂੰ, ਉਹ ਭਗਤ ਜੀ ਆਪਣੀ ਰਸਨਾ ਦੁਆਰਾ ਕਥਨ ਕਰਦੇ ਹਨ। ਕਤ ਨਹੀਂ ਠੌਰ ਮੂਲ ਕਤ ਲਾਵੋ, ਖੋਜਤ ਤਨ ਮੈਂ ਠੌਰ ਨਾ ਪਾਵੋ। ਭਗਤ ਕਬੀਰ ਜੀ ਗੁਰਬਾਣੀ ਦੁਆਰਾ ਸਮਝਾ ਰਹੇ ਹਨ। ਜੋ ਵੈਦ ਨੇ ਕਿਹਾ ਸੀ ਕਿ ਵੈਦ ਜੀ ਕਹਿਣ ਲੱਗੇ, ਹੇ ਮਾਤਾ ਜੀ, ਇਸ ਦੇ ਸਰੀਰ ਵਿੱਚ ਕਿਸੇ ਠੌਰ ਕਿਸੇ ਥਾਂ ਵੀ ਕੋਈ ਬਾਤ ਪਿੱਤ ਕਫ ਆਦਿਕ ਕੋਈ ਤਕਲੀਫ ਨਹੀਂ ਹੈ, ਫਿਰ ਮੈਂ ਦਵਾਈ ਕਿਸ ਥਾਂ ਲਾਉਣਾ ਕਰਾਂ। ਕਤ ਨਹੀਂ ਠੌਰ ਮੂਲ ਕਤ ਲਾਵੋ, ਕਿ ਵੈਦ ਕਹਿਣ ਲੱਗਿਆ ਕਿ ਹੇ ਮਾਤਾ ਜੀ, ਇਸ ਭਗਤ ਕਬੀਰ ਜੀ ਦੇ ਕਿਤੇ ਥਾਂ 'ਤੇ ਵੀ ਕੋਈ ਬਾਤ ਪਿੱਤ ਕਫ ਆਦਿਕ ਕੋਈ ਤਕਲੀਫ ਨਹੀਂ, ਫਿਰ ਮੈਂ ਮੂਲ ਦਵਾਈ ਕਤ ਕਿਸ ਥਾਂ ਲਾਉਣਾ ਕਰਾਂ। ਇਸ ਦੇ ਸਾਰੇ ਖੋਜਤ ਤਨ ਮੈਂ ਠੌਰ ਨਾ ਪਾਵੋ, ਕਿ ਇਸ ਦੇ ਖੋਜਤ ਤਨ ਮੈਂ ਠੌਰ ਨਾ ਪਾਵੋ, ਇਸ ਦੇ ਸਾਰੇ ਤਨ ਸਰੀਰ ਵਿੱਚ ਖੋਜ ਕੇ ਵੇਖਿਆ ਹੈ, ਪਰ ਕਿਤੇ ਵੀ ਨਾੜੀਆਂ ਵਿੱਚ ਕੋਈ ਰੋਗ ਆਦਿਕ ਦਾ ਥਾਂ ਵੇਖਣ ਵਿੱਚ ਨਹੀਂ ਪਾਇਆ। ਇਹ ਸੁਣ ਕੇ ਅੱਗੋਂ ਕਬੀਰ ਜੀ ਕਹਿਣ ਲੱਗੇ ਕਿ ਹੇ ਵੈਦ ਜੀ, ਸਾਡਾ ਕੋਈ ਵੀ ਅਜਿਹਾ ਥਾਂ ਨਹੀਂ ਜਿਹੜਾ ਪਰਮੇਸ਼ਰ ਦੇ ਪ੍ਰੇਮ ਦੀ ਪੀੜਾ ਕਰਕੇ ਦੁਖਦਾ ਨਹੀਂ ਹੈ, ਤੇ ਤੂੰ ਕਿੱਥੇ ਕਿੱਥੇ ਜੜੀ ਬੂਟੀ ਲਾਵੇਂਗਾ। ਜੇਕਰ ਤੂੰ ਮੇਰੇ ਸਰੀਰ ਵਿੱਚ ਖੋਜ ਕਰੇਗਾ ਤਾਂ ਐਸਾ ਥਾਂ ਕਿਤੇ ਨਹੀਂ ਪਾਵੇਂਗਾ ਜਿੱਥੇ ਮੇਰੇ ਸਰੀਰ ਵਿੱਚ ਪਰਮੇਸ਼ਰ ਦੇ ਪ੍ਰੇਮ ਦੇ ਵਿਛੋੜੇ ਕਰਕੇ ਦਰਦ ਨਾ ਹੋਵੇ। ਤਾਂ ਅੱਗੋਂ ਵੈਦ ਕਹਿੰਦਾ ਕਿ ਮੈਨੂੰ ਤਾਂ ਕੋਈ ਪੀੜ ਨਹੀਂ ਲੱਭੀ ਤੇਰੇ ਸਰੀਰ ਵਿੱਚ ਭਗਤ ਕਬੀਰ ਜੀ। ਫਿਰ ਭਗਤ ਕਬੀਰ ਜੀ ਕਹਿਣ ਲੱਗੇ ਕਿ ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਆਨੀ ਅਲੇ ਤੀਰ ਰਹਾਓ। ਭਗਤ ਕਬੀਰ ਜੀ ਵੈਦ ਨੂੰ ਕਹਿਣ ਲੱਗੇ, ਹੇ ਵੈਦ ਜੀ, ਇਹ ਪ੍ਰੇਮ ਦੀ ਪੀੜਾ ਜਿਸ ਨੂੰ ਲੱਗੀ ਹੋਵੇ ਉਹ ਹੀ ਇਸ ਪੀੜਾ ਇਸ ਵਰਨ ਨੂੰ ਜਾਣਦਾ ਹੈ।
ਸਾ ਰਾਮ ਭਗਤ ਆਨੀ ਅਲੇ ਧੀਰ, ਸਾਡੇ ਰਾਮ ਪਰਮੇਸ਼ਰ ਦੀ ਭਗਤੀ ਦੇ ਆਨੀ ਅਲੇ ਕੁੰਡਲਨੀਆਂ ਵਾਲੇ ਤੀਰ ਬਾਣ ਵੱਜੇ ਹੋਏ ਹਨ। ਵੈਦ ਕਹਿਣ ਲੱਗਿਆ ਕਿ ਭਗਤ ਤਾਂ ਬਥੇਰੇ ਵੇਖੇ ਹਨ, ਪਰ ਤੇਰੇ ਜਿਹਾ ਕੋਈ ਨਹੀਂ ਵੇਖਿਆ। ਫਿਰ ਭਗਤ ਰਹਾਉ ਵਿਸ਼ਰਾਮ ਦੇ ਕੇ ਭਗਤ ਜੀ ਕਹਿਣ ਲੱਗੇ ਵੈਦ ਜੀ ਨੂੰ, ਏਕ ਭਾਏ ਦੇਖੋ ਸਭ ਨਾਰੀ, ਕਿਆ ਜਾਨੋ ਸਹਿ ਕੌਣ ਪਿਆਰੀ। ਵੈਦ ਜੀ ਨੂੰ ਭਗਤ ਕਬੀਰ ਜੀ ਕਹਿਣ ਲੱਗੇ, ਹੇ ਵੈਦ ਜੀ, ਏਕ ਭਾਏ ਦੇਖੋ ਸਭ ਨਾਰੀ, ਜਿਵੇਂ ਇੱਕੋ ਜਿਹੇ ਭਾਏ ਸਰੂਪ ਵਾਲੀਆਂ, ਇੱਕੋ ਜਿਹੇ ਭਾਏ ਪ੍ਰੇਮ ਵਾਲੀਆਂ ਸਾਰੀਆਂ ਰਾਜੇ ਦੀਆਂ ਨਾਰੀਆਂ, ਰਾਜੇ ਦੀਆਂ ਇਸਤਰੀਆਂ ਦਿਸਦੀਆਂ ਹਨ। ਪ੍ਰਭੂ ਕਿਆ ਜਾਨੋ ਸਹਿ ਕੌਣ ਪਿਆਰੀ, ਪਰੰਤੂ ਕੀ ਜਾਣਿਆ ਜਾਵੇ ਕਿ ਸ਼ਾਹ ਭਾਵ ਪਾਤਸ਼ਾਹ ਰਾਜੇ ਨੂੰ ਸਭ ਤੋਂ ਵੱਧ ਪਿਆਰੀ, ਪਿਆਰ ਵਾਲੀ ਕਿਹੜੀ ਰਾਣੀ ਹੈ। ਜੈਸਾ ਕਿ ਰਾਜੇ ਵਿਸ਼ਵ ਜੀ ਦੀ ਸਾਖੀ ਹੈ ਕਿ ਇੱਕ ਰਾਜਾ ਵਿਸ਼ਵ ਹੋਇਆ, ਇਸ ਦੇ ਵਿੱਚ ਸਭ ਤੋਂ ਪਿਆਰੀ ਰਾਣੀ ਦੀ ਸਾਖੀ ਹੈ ਕਿ ਇੱਕ ਰਾਜਾ ਵਿਸ਼ਵ ਜੀ, ਜਿਸ ਨੇ 9ਵੇਂ ਪਾਤਸ਼ਾਹ ਜੀ ਦੀ ਕਿਰਪਾ ਕਰਕੇ ਕਾਮਰੂ ਦੇਸ਼ ਨੂੰ ਫਤਿਹ ਕੀਤਾ ਸੀ। ਜੰਗ ਜਿੱਤਣ ਤੋਂ ਬਾਅਦ ਇਸ ਨੇ ਆਪਣੀਆਂ ਸਾਰੀਆਂ ਰਾਣੀਆਂ ਨੂੰ ਖਤ ਲਿਖ ਕੇ ਭੇਜੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਿਰਪਾ ਕਰਕੇ ਮੈਂ ਜਿਉਂਦਾ ਵਾਪਸ ਮੁੜ ਕੇ ਆ ਰਿਹਾ ਹਾਂ, ਤੇ ਤੁਸੀਂ ਮੈਨੂੰ ਚਿੱਠੀਆਂ ਦੁਆਰਾ ਜੋ ਕੁਝ ਵੀ ਤੁਹਾਨੂੰ ਪਦਾਰਥ ਚਾਹੀਦਾ ਹੈ ਉਹ ਲਿਖ ਕੇ ਭੇਜੋ। ਸਭ ਰਾਣੀਆਂ ਨੇ ਇਸੇ ਪ੍ਰਕਾਰ ਕੀਤਾ, ਜੋ ਜੋ ਕਿਸੇ ਦੀ ਚਾਹਨਾ ਸੀ ਉਸੇ ਅਨੁਸਾਰ ਸਭਨਾਂ ਨੇ ਲਿਖ ਕੇ ਭੇਜ ਦਿੱਤਾ। ਤੇ ਜੋ ਰਾਜੇ ਦੀ ਨਵੀਂ ਵਿਆਹੀ ਸਭ ਤੋਂ ਛੋਟੀ ਰਾਣੀ ਸੀ, ਉਸਨੇ ਪੱਤਰਕਾ ਦੇ ਉੱਤੇ ਸੱਸਾ ਅੱਖਰ ਲਿਖਿਆ ਤੇ ਨਾਲ ਲਾਲ ਰੰਗ ਲਾ ਦਿੱਤਾ ਸੱਸੇ ਦੇ, ਤੇ ਇਸ ਨੇ ਇਹ ਚਿੱਠੀ ਭੇਜ ਦਿੱਤੀ ਸਭ ਤੋਂ ਛੋਟੀ ਰਾਣੀ ਨੇ। ਜਦੋਂ ਰਾਜੇ ਨੇ ਚਿੱਠੀਆਂ ਖੋਲ੍ਹੀਆਂ, ਸਾਰੀਆਂ ਚਿੱਠੀਆਂ ਪੜ੍ਹੀਆਂ, ਜਿਸ ਵਿੱਚ ਉਹਨਾਂ ਨੇ ਆਪਣੇ ਮਨਪਸੰਦ ਦੀਆਂ ਵਸਤੂਆਂ ਲਿਖੀਆਂ ਹੋਈਆਂ ਸਨ ਰਾਣੀਆਂ ਨੇ। ਜਦੋਂ ਇਹ ਛੋਟੀ ਰਾਣੀ ਦੀ ਚਿੱਠੀ ਖੋਲ੍ਹੀ ਤਾਂ ਇਹ ਰਾਜੇ ਨੂੰ ਸਮਝ ਵਿੱਚ ਨਾ ਆਈ ਕਿ ਲਿਖਿਆ ਕੀ ਹੈ। ਇੱਕ ਸੱਸਾ ਅੱਖਰ ਤੇ ਇੱਕ ਲਾਲ ਰੰਗ ਲੱਗਿਆ ਹੋਇਆ ਹੈ। ਤਾਂ ਉਸਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਮੇਰੀ ਰਾਣੀ ਨੇ ਚਿੱਠੀ ਭੇਜੀ ਹੈ, ਪਰੰਤੂ ਇਹ ਮੇਰੀ ਸਮਝ ਵਿੱਚ ਨਹੀਂ ਆ ਰਹੀ ਕਿ ਕੀ ਲਿਖਿਆ ਹੋਇਆ ਹੈ। ਤਾਂ ਵਜ਼ੀਰ ਨੇ ਸੋਚ ਕੇ ਕਿਹਾ ਕਿ ਹੇ ਰਾਜਨ, ਤੇਰੀ ਰਾਣੀ ਨੇ ਲਿਖਿਆ ਹੈ ਕਿ ਲਾਲ ਰੰਗ ਤੋਂ ਭਾਵ ਲਾਲ ਦੇ ਸੱਸੇ ਤੋਂ ਭਾਵ ਸਾ ਲਾਲ, ਕਿ ਲਾਲ ਸਾ, ਅਰਥਾਤ ਮੈਨੂੰ ਤਾਂ ਇੱਕ ਤੇਰੇ ਸਰੂਪ ਦੀ ਲਾਲਸਾ, ਤੇਰੇ ਸਰੂਪ ਦੀ ਚਾਹਤ ਹੈ। ਇਹ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ। ਇਸ ਨੇ ਜੋ ਸਭ ਰਾਣੀਆਂ ਵਾਸਤੇ ਚੀਜ਼ਾਂ ਲਈਆਂ ਸਨ ਉਤਨੀਆਂ ਇੱਕ ਇਕੱਲੀ ਰਾਣੀ ਵਾਸਤੇ ਲੈ ਲਈਆਂ, ਕਿ ਜਿਹੜੀ ਨੇ ਲਿਖਿਆ ਸੀ ਤੇਰੀ ਹੀ ਲਾਲਸਾ ਹੈ, ਕਿ ਉਸ ਰਾਣੀ ਵਾਸਤੇ ਓਨੀਆਂ ਤੇ ਦੂਜੀਆਂ ਵਾਸਤੇ ਸਾਰੀਆਂ ਵਾਸਤੇ ਓਨੀਆਂ ਵਸਤੂ, ਓਨੀਆਂ ਚੀਜ਼ਾਂ ਲੈ ਲਈਆਂ। ਤੇ ਗੁਰੂ ਜੀ ਤੋਂ ਆਗਿਆ ਲੈ ਕੇ ਆਪਣੇ ਨਗਰ ਵਿੱਚ ਆਇਆ। ਤਾਂ ਇਸ ਨੇ ਸਾਰੀਆਂ ਰਾਣੀਆਂ ਦੇ ਮੰਦਰਾਂ ਵਿੱਚ ਜੋ ਜੋ ਉਹਨਾਂ ਨੇ ਚੀਜ਼ਾਂ ਲਿਖੀਆਂ ਸਨ ਭੇਜ ਦਿੱਤੀਆਂ, ਤੇ ਆਪ ਆਪਣੀ ਰਾਣੀ ਦੇ ਮਹਿਲਾਂ ਵਿੱਚ ਜਾ ਕੇ ਰਿਹਾ, ਤੇ ਉਤਨੀਆਂ ਸਾਰੀਆਂ ਵਸਤਾਂ ਜੋ ਲਿਆਂਦੀਆਂ ਸਨ ਉਹ ਵੀ ਸਭ ਰਾਣੀ ਕੋਲ ਲੈ ਗਿਆ। ਜਿਹੜੀਆਂ ਵੱਡੀਆਂ ਰਾਣੀਆਂ ਸਨ ਉਹ ਇਤਰਾਜ਼ ਕਰਨ ਲੱਗ ਪਈਆਂ ਕਿ ਪਹਿਲਾਂ ਸਾਡਾ ਅਧਿਕਾਰ ਸੀ, ਤੁਹਾਨੂੰ ਪਹਿਲਾਂ ਸਾਡੇ ਕੋਲ ਆਉਣਾ ਚਾਹੀਦਾ ਸੀ। ਤਾਂ ਰਾਜੇ ਨੇ ਸਭਨਾਂ ਦੀਆਂ ਚਿੱਠੀਆਂ ਖੋਲ੍ਹ ਕੇ ਦਿਖਾ ਦਿੱਤੀਆਂ ਤੇ ਕਿਹਾ ਕਿ ਜੋ ਜੋ ਤੁਸੀਂ ਮੰਗਿਆ ਸੀ ਉਹ ਤੁਹਾਨੂੰ ਭੇਜ ਦਿੱਤਾ ਹੈ। ਇਸ ਛੋਟੀ ਰਾਣੀ ਨੇ ਮੈਨੂੰ ਮੰਗਿਆ ਸੀ ਕਿ ਤੂੰ ਚਾਹੀਦਾ ਹੈ, ਤੇਰੀ ਲਾਲਸਾ ਹੈ, ਇਸ ਕਰਕੇ ਮੈਂ ਪਹਿਲਾਂ ਇਹਨਾਂ ਦੇ ਪਾਸ ਆਇਆ ਹਾਂ।
ਇਹ ਸੁਣ ਕੇ ਰਾਣੀਆਂ ਸ਼ਰਮਿੰਦਾ ਹੋ ਗਈਆਂ ਕਿ ਆਪਾਂ ਤੋਂ ਇਹ ਮੰਗ ਨਹੀਂ ਮੰਗੀ ਗਈ, ਚੁੱਪ ਕਰ ਗਈਆਂ। ਸੋ ਭਾਵ ਕਿ ਰਾਜੇ ਦੀਆਂ ਰਾਣੀਆਂ ਸਭ ਇੱਕੋ ਤਰ੍ਹਾਂ ਦੀਆਂ ਹੁੰਦੀਆਂ ਹਨ, ਪਰੰਤੂ ਇਹ ਕੌਣ ਜਾਣੇ ਕਿ ਉਸ ਤੋਂ ਵੱਧ ਕਿਹੜੀ ਪਿਆਰੀ ਹੈ। ਇਸੇ ਪ੍ਰਕਾਰ ਸਾਰੀਆਂ ਭਗਤਾਂ ਰੂਪੀ ਨਾਰੀਆਂ ਦੇਖਣ ਵਿੱਚ ਤਾਂ ਭਾਵੇਂ ਇੱਕੋ ਜਿਹੀਆਂ ਹੀ ਲੱਗਦੀਆਂ ਹਨ, ਭਾਵ ਸਾਰੇ ਭਗਤ ਇੱਕੋ ਜਿਹੇ ਹੀ ਪ੍ਰਤੀਤ ਹੁੰਦੇ ਹਨ, ਪਰੰਤੂ ਸਭ ਤੋਂ ਵੱਧ ਪਰਮੇਸ਼ਰ ਨੂੰ ਕੌਣ ਪਿਆਰਾ ਹੈ, ਇਸ ਬਾਤ ਨੂੰ ਕੌਣ ਜਾਣ ਸਕਦਾ ਹੈ, ਭਾਵ ਕੋਈ ਨਹੀਂ ਜਾਣ ਸਕਦਾ। ਕਹੋ ਕਬੀਰ ਜਾਂ ਕੈ ਮਸਤਕ ਭਾਗ, ਸਭ ਪਰ ਹਰ ਤਾਂ ਕੋ ਮਿਲੈ ਸੁਹਾਗ। ਭਗਤ ਕਬੀਰ ਜੀ ਅਖੀਰਲੀਆਂ ਪੰਕਤੀਆਂ ਵਿੱਚ ਸਮਝਾ ਰਹੇ ਹਨ ਕਿ ਹੇ ਵੈਦ ਜੀ, ਜਿਸ ਦੇ ਮਸਤਕ ਮੱਥੇ ਦੇ ਸ੍ਰੇਸ਼ਟ ਭਾਗ ਲੇਖ ਕਰਮ ਹੁੰਦੇ ਹਨ, ਬਾਕੀ ਸਭਨਾਂ ਨੂੰ ਪਰ ਹਰ ਛੱਡ ਕੇ ਉਸ ਨੂੰ ਸਭ ਤੋਂ ਪਹਿਲਾਂ ਪਰਮੇਸ਼ਰ ਆ ਕੇ ਮਿਲਦਾ ਹੈ। ਕਹੋ ਕਬੀਰ ਜਾਂ ਕੈ ਮਸਤਕ ਭਾਗ, ਸਭ ਪਰ ਹਰ ਤਾਂ ਕੋ ਮਿਲੈ ਸੁਹਾਗ। ਭਗਤ ਜੀ ਕਥਨ ਕਰਦੇ ਹਨ ਕਿ ਇਹ ਵੈਦ ਜੀ, ਜਿਸ ਦੇ ਮਸਤਕ ਮੱਥੇ ਦੇ ਸ੍ਰੇਸ਼ਟ ਲੇਖ ਕਰਮ ਹੁੰਦੇ ਹਨ, ਬਾਕੀ ਸਭਨਾਂ ਨੂੰ ਪਰ ਹਰ ਛੱਡ ਕੇ ਉਸ ਨੂੰ ਸਭ ਤੋਂ ਪਹਿਲਾਂ ਪਰਮੇਸ਼ਰ ਆ ਕੇ ਮਿਲਦਾ ਹੈ। ਗੌੜੀ ਕਬੀਰ ਜੀ ਜਾਂ ਕੈ ਹਰਸਾ ਠਾਕੁਰ ਭਾਈ, ਮੁਕਤ ਅਨੰਤ ਪੁਕਾਰਨ ਜਾਈ। ਆਬ ਕਹੋ ਰਾਮ ਭਰੋਸਾ ਤੋਰਾ, ਆਬ ਕਾਹੂ ਕਾ ਕਬਨ ਨਿਹੋਰਾ ਰਹਾਉ। तीन लोक जाकै है पार, सो काहे ना करै प्रतपार। कहो कबीर एक बुद्ध विचारी, क्या बस जो बिख दे महतारी। भगत कबीर जी दे पास कुछ पुरषां ने आण के कहा कि हे कबीर जी, की आप जी नूं मुक्ति दी लोड़ नहीं है, रिधियां सिद्धियां दी लोड़ नहीं। ਤਾਂ ਉਹਨਾਂ ਦੀ ਗੱਲ ਸੁਣ ਕੇ ਅੱਗੋਂ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਜਾਂ ਕੈ ਹਰਸਾ ਠਾਕੁਰ ਭਾਈ, ਕਹਿਣ ਲੱਗੇ ਹੈ ਭਾਈ ਭਰਾਵੋ, ਜਿਨ੍ਹਾਂ ਦੇ ਉਸ ਹਰੀ ਠਾਕੁਰ ਸੁਆਮੀ ਮਾਲਕ ਹਮੇਸ਼ਾ ਅੰਗ ਸੰਗ ਰਹਿੰਦਾ ਹੈ, ਕਿ ਜਿਨ੍ਹਾਂ ਦੇ ਉਹ ਹਰੀ ਪਰਮੇਸ਼ਰ ਸੁਆਮੀ ਮਾਲਕ ਅੰਗ ਸੰਗ ਰਹਿੰਦਾ ਹੈ, ਪ੍ਰਾਪਤ ਹੋਇਆ ਹੈ, ਉਹਨਾਂ ਨੂੰ ਮੁਕਤ ਅਨੰਤ ਪੁਕਾਰਨ ਜਾਈ। ਉਹਨਾਂ ਨੂੰ ਸ਼ਲੋਕ ਸਮੀਪ ਸਲਜੋ ਸਰੂਪ ਆਦਿਕ ਬੇਅੰਤ ਮੁਕਤੀਆਂ ਜਾ ਕੇ ਪੁਕਾਰਾਂ ਕਰਦੀਆਂ ਹਨ ਕਿ ਹੇ ਤਤ ਬੇਤਿਓ, ਸਾਨੂੰ ਵਰ ਲਵੋ, ਸਾਨੂੰ ਆਪਣੇ ਚਰਨਾਂ ਨਾਲ ਲਗਾਉਣਾ ਕਰੋ। ਪਰੰਤੂ ਉਹ ਮੁਕਤੀ ਦੀ ਇੱਛਾ ਵੀ ਨਹੀਂ ਰੱਖਦੇ ਕਿ ਸਾਡੀ ਮੁਕਤੀ ਹੋ ਜਾਏ। ਆਪ ਕਹੋ ਰਾਮ ਭਰੋਸਾ ਤੋਰਾ। ਭਗਤ ਜੀ ਕਹਿਣ ਲੱਗੇ ਹੈ ਪਰਮੇਸ਼ਰ, ਅਸੀਂ ਕਹਿੰਦੇ ਹਾਂ, ਬੇਨਤੀ ਕਰਦੇ ਹਾਂ ਕਿ ਹੁਣ ਸਾਨੂੰ ਤੁਹਾਡਾ ਹੀ ਭਰੋਸਾ ਹੈ, ਤਦੋਂ ਫਿਰ ਅਸੀਂ ਕਿਸੇ ਦਾ ਕੀ ਨਹੋਰਾ ਅਹਿਸਾਨ ਮੰਦ ਹੋਣਾ ਹੈ। ਆਪ ਕਹੋ ਰਾਮ ਭਰੋਸਾ ਤੋਰਾ, ਅਬ ਕਾਹੂ ਕਾ ਕਬਨ ਨਹੋਰਾ। ਕਿ ਹੇ ਪਰਮੇਸ਼ਰ, ਅਸੀਂ ਕਹਿੰਦੇ ਹਾਂ, ਬੇਨਤੀ ਕਰਦੇ ਹਾਂ ਕਿ ਹੁਣ ਸਾਨੂੰ ਤੁਹਾਡਾ ਹੀ ਭਰੋਸਾ ਹੈ। ਤਾਬ ਕਾਹੂ ਕਾ, ਤਾਬ ਤਦੋਂ ਫਿਰ ਅਸੀਂ, ਕਾਹੂ ਕਿਸੇ ਦਾ, ਕਾਬਨ ਨਹੋਰਾ ਕੀ ਅਹਿਸਾਨ ਮੰਦ ਹੋਣਾ ਹੈ। ਤੇ ਵਿਸ਼ਰਾਮ ਦੇ ਕੇ ਭਗਤ ਜੀ ਸਮਝਾ ਰਹੇ ਹਨ ਅੱਗੇ ਫਿਰ ਉਹਨਾਂ ਪੁਰਸ਼ਾਂ ਨੇ ਕਿਹਾ ਕਿ ਹੇ ਕਬੀਰ ਜੀ, ਜੇਕਰ ਸਿਮਰਨ ਭਜਨ ਕਰਨ ਲੱਗ ਪਏ ਤਾਂ ਤੇਰੇ ਪਰਿਵਾਰ ਦੀ ਪਾਲਣਾ ਕੌਣ ਕਰੇਗਾ। ਕਬੀਰ ਜੀ ਕਹਿਣ ਲੱਗੇ, ਤੀਨ ਲੋਕ ਜਾਂ ਕੈ ਹਾਹੇ ਭਾਰ, ਸੋ ਕਾਹੇ ਨਾ ਕਰੈ ਪ੍ਰਤਪਾਰ। ਤੀਨ ਲੋਕ ਜਾਂ ਕੈ ਹਾਹੇ ਭਾਰ, ਤਿੰਨ ਲੋਕ ਭਾਵਨ, ਤਿੰਨ ਭਾਵਨ ਸਵਰਗ ਲੋਕ, ਮਾਤ ਲੋਕ, ਪਾਤਾਲ ਲੋਕ,
ਜਿਸ ਪਰਮੇਸ਼ਰ ਦੇ ਭਾਰ ਆਸਰੇ ਰਹਿੰਦੇ ਹਨ, ਫਿਰ ਉਹ ਪਰਮਾਤਮਾ ਕਿਉਂ ਨਹੀਂ ਪ੍ਰਤਪਾਲਣਾ ਕਰੇਗਾ, ਭਾਵ ਜ਼ਰੂਰ ਹੀ ਪਾਲਣਾ ਕਰੇਗਾ। ਕਹੋ ਕਬੀਰ ਇੱਕ ਬੁੱਧ ਵਿਚਾਰੀ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਹੇ ਭਾਈ, ਅਸੀਂ ਤਾਂ ਬੁੱਧੀ ਵਿੱਚ ਇੱਕ ਪ੍ਰਭੂ ਦੀ ਪ੍ਰਾਪਤੀ ਵਾਲੀ ਗੱਲ ਵਿਚਾਰਨਾ ਕੀਤੀ ਹੈ, ਬੁੱਧੀ ਵਿੱਚ ਏਕਤਾ ਵਾਲੀ ਗੱਲ ਵਿਚਾਰਨਾ ਕੀਤੀ ਹੈ। ਕਿਆ ਬਸ ਜੋ ਬਿਖ ਦੇ ਮਹਤਾਰੀ, ਕਿ ਜੇਕਰ ਆਪਣੇ ਪੁੱਤ ਦੀ ਰੱਖਿਆ ਕਰਨ ਵਾਲੀ ਮੁਹਤਾਰੀ ਮਾਂ ਹੀ ਉਸ ਨੂੰ ਬਿਖ ਜ਼ਹਿਰ ਦੇ ਦੇਵੇ ਤਾਂ ਫਿਰ ਕੀ ਬਸ ਚੱਲ ਸਕਦਾ ਹੈ। ਭਗਤ ਜੀ ਸਮਝਾ ਰਹੇ ਹਨ, ਕਹੋ ਕਬੀਰ ਇੱਕ ਬੁੱਧ ਵਿਚਾਰੀ। ਭਗਤ ਜੀ ਕਹਿਣ ਲੱਗੇ ਕਿ ਹੇ ਭਾਈ, ਅਸੀਂ ਤਾਂ ਇੱਕ ਬੁੱਧੀ ਦੇ ਵਿੱਚ ਇੱਕ ਪ੍ਰਭੂ ਦੀ ਪ੍ਰਾਪਤੀ ਵਾਲੀ ਗੱਲ ਵਿਚਾਰਨਾ ਕੀਤੀ ਹੈ, ਬੁੱਧੀ ਵਿੱਚ ਏਕਤਾ ਵਾਲੀ ਗੱਲ ਵਿਚਾਰਨਾ ਕੀਤੀ ਹੈ। ਕਿਆ ਬਸ ਜੋ ਬਿਖ ਦੇ ਮਹਤਾਰੀ, ਕਿ ਜੋ ਜੇਕਰ ਆਪਣੇ ਪੁੱਤ ਦੀ ਰੱਖਿਆ ਕਰਨ ਵਾਲੀ ਮਹਤਾਰੀ ਮਾਂ ਹੀ ਉਸ ਨੂੰ ਜ਼ਹਿਰ ਦੇ ਦੇਵੇ, ਫਿਰ ਕੀ ਬਸ ਚੱਲ ਸਕਦਾ ਹੈ। ਇਸੇ ਪ੍ਰਕਾਰ ਹੀ ਸਾਡੇ ਮਾਤਾ ਪਿਤਾ ਦੀ ਨਿਆਈ ਪਰਮੇਸ਼ਰ ਰੂਪ ਸਾਡੀ ਰੱਖਿਆ ਕਰਨ ਵਾਲਾ ਹੈ, ਤਾਂ ਫਿਰ ਕਿਸੇ ਦਾ ਬਸ ਚੱਲ ਸਕਦਾ ਹੈ ਕਿ ਉਹ ਦੁੱਖ ਰੂਪੀ ਜ਼ਹਿਰ ਦੇ ਸਕੇ। ਜੇਕਰ ਮਾਤਾ ਰੂਪੀ ਪਰਮੇਸ਼ਰ ਦੀ ਮਾਰਨੇ ਦੀ ਸਲਾਹ ਹੋ ਜਾਵੇ ਤਾਂ ਫਿਰ ਕਿਸੇ ਦਾ ਕੀ ਬਸ ਚੱਲ ਸਕਦਾ ਹੈ। ਜੈਸਾ ਕਿ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਹੈ, ਜੇ ਮਾਓ ਪੂਤੈ ਬਿਸ ਦੇ ਤਿਸ ਤੇ ਕਿਸ ਪਿਆਰਾ, ਜੇ ਘਰ ਭੰਨੈ ਪਾਹਰ ਕੌਣ ਰੱਖਣ ਹਾਰਾ, ਬੇੜਾ ਡੋਬੈ ਪਾਤਨੀ ਕਿਉਂ ਪਾਰ ਉਤਾਰਾ, ਆਗੂ ਲੈ ਉਰਜ ਪਵੈ ਕਿਸ ਕਰੈ ਪੁਕਾਰਾ, ਜੇਕਰ ਖੇਤੈ ਖਾਏ ਬਾੜ ਕੋ ਲਹੈ ਨਾ ਸਾਰਾ, ਜੇ ਗੁਰ ਸਮਝਾਏ ਸਾਂਗ ਕਰ ਕਿਆ ਸਿੱਖ ਵਿਚਾਰਾ। ਕਿ ਭਗਤ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ ਕਿ ਜੇਕਰ ਮਾਤਾ ਰੂਪ ਪਰਮੇਸ਼ਰ ਹੀ ਮਾਰਨੇ ਦੀ ਸਲਾਹ ਹੋ ਜਾਵੇ ਤਾਂ ਫਿਰ ਕਿਸੇ ਦਾ ਕੀ ਬਸ ਚੱਲ ਸਕਦਾ ਹੈ। ਅੱਗੇ ਗੌੜੀ ਰਾਗ ਦੇ ਅੰਦਰ ਭਗਤ ਕਬੀਰ ਜੀ ਸਮਝਾ ਰਹੇ ਹਨ। ਇੱਕ ਪੰਡਤ ਭਗਤ ਕਬੀਰ ਜੀ ਦੇ ਪਾਸ ਆਇਆ, ਆ ਕੇ ਸਤੀ ਦੀ ਵਡਿਆਈ ਕਰਨ ਲੱਗਿਆ ਕਿ ਸਤੀਆਂ ਬੜੀਆਂ ਹੁੰਦੀਆਂ ਹਨ ਜਿਹੜੀਆਂ ਆਪਣੇ ਪਤੀ ਦੇ ਨਾਲ ਹੀ ਮਰ ਜਾਂਦੀਆਂ ਹਨ। ਤਾਂ ਕਬੀਰ ਜੀ ਕਹਿਣ ਲੱਗੇ ਕਿ ਸਤੀਆਂ ਇਹ ਨਾ ਆਖੀਐ ਜੋ ਮੜਿਆਂ ਸੰਗ ਮਰਨ, ਜਿਹੜੀਆਂ ਮਰਿਆਂ ਦੇ ਨਾਲ ਮਰਨ ਉਹਨਾਂ ਨੂੰ ਸਤੀਆਂ ਨਹੀਂ ਆਖਿਆ ਜਾਂਦਾ। ਭਗਤ ਜੀ ਕਹਿਣ ਲੱਗੇ, ਬਿਨ ਸਤ ਸਤੀ ਹੋਏ ਕੈਸੇ ਨਾਰ, ਕਿ ਸਤ ਧਾਰੇ ਤੋਂ ਬਗੈਰ ਨਾਰੀ ਇਸਤਰੀ ਕਿਵੇਂ ਸਤੀ ਹੋ ਸਕਦੀ ਹੈ। ਹੇ ਪੰਡਤ ਵਿਦਵਾਨ ਬ੍ਰਾਹਮਣੋ, ਤੁਸੀਂ ਆਪਣੇ ਹਿਰਦੇ ਵਿੱਚ ਵਿਚਾਰ ਕਰਕੇ ਦੇਖ ਲੈਣਾ ਕਰੋ। ਬਿਨ ਸਤ ਸਤੀ ਹੋਏ ਕੈਸੇ ਨਾਰ, ਪੰਡਤ ਦੇਖੋ ਹਿਰਦੈ ਵਿਚਾਰ। ਕਿ ਭਗਤ ਜੀ ਬ੍ਰਾਹਮਣਾਂ ਨੂੰ ਪੰਡਤਾਂ ਨੂੰ ਕਹਿਣ ਲੱਗੇ, ਸੱਤ ਧਾਰੇ ਤੋਂ ਬਗੈਰ ਨਾਰੀ ਇਸਤਰੀ ਕਿਵੇਂ ਸਤੀ ਹੋ ਸਕਦੀ ਹੈ। ਹੇ ਪੰਡਤ ਵਿਦਵਾਨ ਬ੍ਰਾਹਮਣੋ, ਤੁਸੀਂ ਆਪਣੇ ਹਿਰਦੇ ਵਿੱਚ ਵਿਚਾਰ ਕਰਕੇ ਦੇਖ ਲੈਣਾ ਕਰੋ ਕਿ ਸ੍ਰੀ ਰਾਮ ਚੰਦਰ ਜੀ ਨੇ ਬਾਲੀ ਦੀ ਇਸਤਰੀ ਤਾਰਾ ਦੇ ਪਤੀ ਤਾਨਾ ਦੇ ਪ੍ਰਤੀ 4 ਪ੍ਰਕਾਰ ਦੀਆਂ ਸਤੀਆਂ ਕਥਨ ਕੀਤੀਆਂ ਹਨ। ਸ੍ਰੀ ਰਾਮ ਚੰਦਰ ਜੀ ਨੇ ਬਾਲੀ ਦੀ ਇਸਤਰੀ ਤਾਰਾ ਦੇ ਪ੍ਰਤੀ 4 ਪ੍ਰਕਾਰ ਦੀਆਂ ਸਤੀਆਂ ਕਥਨ ਕੀਤੀਆਂ ਹਨ, ਜੋ ਪੰਡਤ ਗੁਲਾਬ ਸਿੰਘ ਜੀ ਨੇ ਕ੍ਰਿਤ ਅਧਿਆਤਮ ਰਮਾਇਣ ਵਿੱਚ ਦਰਜ ਹਨ। ਨੰਬਰ 1, ਜੋ ਮਨ ਬਾਣੀ ਸਰੀਰ ਕਰਕੇ ਆਪਣੇ ਪਤੀ ਨੂੰ
ਪਰਮੇਸ਼ਰ ਰੂਪ ਕਰਕੇ ਜਾਣੇ ਅਤੇ ਆਪਣੇ ਪਤੀ ਤੋਂ ਬਿਨਾਂ ਕਿਸੇ ਨੂੰ ਪੁਰਖ ਹੀ ਨਾ ਸਮਝੇ, ਉਹ ਪਤੀ ਸਮੇਤ ਅਮਰ ਹੋ ਜਾਂਦੀਆਂ ਹਨ। ਪਹਿਲੇ ਨੰਬਰ 'ਤੇ ਸਮਝਾਉਣਾ ਕੀਤਾ ਹੈ ਸਤੀਆਂ ਬਾਰੇ ਕਿ ਜੋ ਮਨ ਬਾਣੀ ਸਰੀਰ ਕਰਕੇ ਆਪਣੇ ਪਤੀ ਨੂੰ ਪਰਮੇਸ਼ਰ ਰੂਪ ਕਰਕੇ ਜਾਣੇ ਅਤੇ ਆਪਣੇ ਪਤੀ ਤੋਂ ਬਿਨਾਂ ਕਿਸੇ ਨੂੰ ਪੁਰਖ ਹੀ ਨਾ ਜਾਣੇ, ਉਹ ਪਤੀ ਸਮੇਤ ਅਮਰ ਹੋ ਜਾਂਦੀਆਂ ਹਨ। ਨੰਬਰ 2, ਜੋ ਪ੍ਰਤੀਵਰਤਾ ਧਰਮ ਵਿੱਚ ਪਰਪੱਕ ਰਹਿੰਦੀਆਂ ਹਨ ਅਤੇ ਆਪਣੇ ਸਹੁਰੇ ਘਰ ਵਿੱਚ ਸਭ ਜੀਆਂ ਦੀ ਪ੍ਰੇਮ ਭਾਵਨਾ ਨਾਲ ਸੇਵਾ ਟਹਿਲ ਕਰਦੀਆਂ ਹਨ, ਮਨ ਕਰਕੇ ਕਾਇਮ ਰਹਿੰਦੀਆਂ ਹਨ, ਉਹ ਇੰਦਰ ਦੀ ਉਮਰ ਤੱਕ ਪਤੀ ਸਮੇਤ ਸਵਰਗ ਵਿੱਚ ਰਹਿੰਦੀਆਂ ਹਨ। ਰਮਾਇਣ ਇਹ ਕਿ ਕ੍ਰਿਤ ਅਧਿਆਤਮ ਰਮਾਇਣ ਦੇ ਵਿੱਚ ਲਿਖਿਆ ਹੋਇਆ ਹੈ। ਤੀਜੇ ਦਰਜੇ ਦੀਆਂ ਉਹ ਸਤੀਆਂ ਹਨ ਜਿਨ੍ਹਾਂ ਦਾ ਮਨ ਤਾਂ ਭਾਵੇਂ ਡੋਲਦਾ ਹੈ ਪਰ ਸਰੀਰ ਕਰਕੇ ਔਗਣ ਨਹੀਂ ਕਰਦੀਆਂ, ਉਹ 1000 ਵਰ੍ਹੇ ਪਤੀ ਸਮੇਤ ਸਵਰਗ ਵਿੱਚ ਵਸਦੀਆਂ ਹਨ। ਚੌਥਾ ਨੰਬਰ, ਜਿਨ੍ਹਾਂ ਦਾ ਮਨ ਵੀ ਡੋਲਦਾ ਹੈ ਅਤੇ ਸਰੀਰ ਕਰਕੇ ਵੀ ਡੋਲਦੀਆਂ ਹਨ ਪਰ ਕੁਕਰਮ ਦਾ ਸਮਾਂ ਨਾ ਮਿਲਣ ਕਰਕੇ ਬਚੀਆਂ ਰਹਿੰਦੀਆਂ ਹਨ, ਜੋ ਬਾਣੀ ਕਰਕੇ ਕਿਸੇ ਨਾਲ ਭੈੜੀਆਂ ਗੱਲਾਂ ਨਹੀਂ ਕਰਦੀਆਂ, ਉਹ ਚੌਥੇ ਦਰਜੇ ਦੀਆਂ ਸਤੀਆਂ 500 ਵਰ੍ਹੇ ਤੱਕ ਪਤੀ ਸਮੇਤ ਸੁਰਗ ਵਿੱਚ ਵਸਦੀਆਂ ਹਨ। ਪ੍ਰੀਤ ਬਿਨਾ ਕੈਸੇ ਵਧੈ ਸਨੇਹੋ, ਜਬ ਲਗ ਰਸ ਤਬ ਲਗ ਨਹੀਂ ਨੇਹੋ ਰਹਾਓ। ਪਤੀ ਨਾਲ ਪ੍ਰੀਤੀ ਕਰੇ ਤੋਂ ਬਗੈਰ ਕਿਸ ਪ੍ਰਕਾਰ ਉਸ ਨਾਲ ਸਨੇਹ ਪ੍ਰੇਮ ਵਧੇਗਾ, ਭਾਵ ਨਹੀਂ ਵਧੇਗਾ। ਜਬ ਲਗ ਰਸ ਤਬ ਲਗ ਨਹੀਂ ਨੇਹੋ, ਜਬ ਲਗ ਜਦ ਤੱਕ ਮਨ ਦੇ ਵਿੱਚ ਰਸਾਂ ਕਸਾਂ ਦੇ ਭੋਗਣ ਦੀ ਇੱਛਾ ਲੱਗੀ ਹੋਈ ਹੈ। ਤਬ ਲਗ ਨਹੀਂ ਨੇਹੋ, ਤਬ ਲਗ ਤਾਦ ਤੱਕ ਪਤੀ ਨਾਲ ਪ੍ਰੇਮ ਨਹੀਂ ਲੱਗ ਸਕਦਾ ਰਹਾਓ। ਵਿਸ਼ਰਾਮ ਦੇ ਕੇ ਅੱਗੇ ਭਗਤ ਜੀ ਸਮਝਾ ਰਹੇ ਹਨ, ਸਾਹਨ ਸਤ ਕਰੈ ਜੀ ਆਪਣੇ, ਸੋ ਰਮਈਏ ਕੋ ਮਿਲੈ ਨਾ ਸੁਪਨੈ। ਸਾਹਨ ਸਤ ਕਰੈ ਜੀ ਆਪਣੇ, ਸੋ ਰਮਈਏ ਕੋ ਮਿਲੈ ਨਾ ਸੁਪਨੈ। ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ ਭਗਤ ਜੀ ਕਿ ਜਿਵੇਂ ਇੱਕ ਨੌਕਰ ਸ਼ਾਹੂਕਾਰ ਦੀ ਪਤਨੀ ਸਾਹਨੀ ਸ਼ਾਹੂਕਾਰ ਨੂੰ ਆਪਣੇ ਆਪਣੇ ਹਿਰਦੇ ਵਿੱਚ ਨਿਸ਼ਚੇ ਕਰੇ ਕਿ ਇਹ ਮੇਰੀ ਹੈ, ਪਰੰਤੂ ਉਹ ਰਮਈਏ ਸਾਹਨੀ ਦੇ ਪਤੀ ਉਸ ਨੌਕਰ ਨੂੰ ਸੁਪਨੇ ਮਾਤਰ ਵੀ ਉਸ ਨਾਲ ਮਿਲਣ ਨਹੀਂ ਦਿੱਤਾ, ਸਗੋਂ ਅਜਿਹੇ ਭੈੜੇ ਆਚਰਨ ਵਾਲੇ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ। ਤਨ ਮਨ ਧਨ ਗ੍ਰਹਿ ਸੌਂਪ ਸਰੀਰ, ਸੋਈ ਸੁਹਾਗਨ ਕਹੈ ਕਬੀਰ। ਜਿਸਨੇ ਤਨ ਸਰੀਰ ਤੇ ਮਨ ਦਿਲ, ਦੌਲਤ ਧਨ ਤੇ ਗ੍ਰਹਿ ਘਰ ਆਦਿਕ ਸਭ ਕੁਝ ਸਰੀਰ ਦੇ ਸਮੇਤ ਆਪਣੇ ਪਤੀ ਨੂੰ ਅਰਪਣਾ ਕੀਤਾ ਹੈ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਉਹੀ ਸੁਹਾਗਣ ਉਹੀ ਸੁਹਾਗਵੰਤ ਕਹੀ ਜਾਂਦੀ ਹੈ। ਤਾਨ ਮਾਨ ਧਨ ਗ੍ਰਹਿ ਸੌਂਪ ਸਰੀਰ, ਸੋਈ ਸੁਹਾਗਣ ਕਹੈ ਕਬੀਰ। ਜਿਸ ਨੇ ਤਨ ਸਰੀਰ ਮਨ ਦਿਲ ਧਨ ਦੌਲਤ ਗ੍ਰਹਿ ਘਰ ਆਦਿਕ ਸਭ ਕੁਝ ਸਰੀਰ ਦੇ ਸਮੇਤ ਆਪਣੇ ਪਤੀ ਨੂੰ ਅਰਪਣ ਕੀਤਾ ਹੋਇਆ ਹੈ। ਭਗਤ ਜੀ ਕਥਨ ਕਰਦੇ ਹਨ ਕਿ ਉਹੀ ਸੁਹਾਗਣ ਕਹੀ ਜਾਂਦੀ ਹੈ, ਸੁਹਾਗਵੰਤ ਕਹੀ ਜਾਂਦੀ ਹੈ। ਇਸ ਅਰਥ ਵਿੱਚ ਸਾਧੂ ਦੇ ਲੱਛਣ ਕਰਦੇ ਹਨ ਭਗਤ ਕਬੀਰ ਜੀ। ਇਸ ਅਰਥ ਸ਼ਬਦ ਦੇ ਦੁਆਰਾ ਅਰਥ ਕੀਤੇ ਹਨ ਕਿ ਬੇਨ ਸਤ ਸਤੀ ਹੋਏ ਕੈਸੇ ਨਾਰ, ਕਿ ਸਤ ਪ੍ਰਤੱਗੀ ਹੋਏ ਤੋਂ ਬਗੈਰ ਇਸਤਰੀ ਰੂਪ ਸਾਧੂ ਸਤੀ ਦੀ ਨਿਆਈ ਸਤਵਾਦੀ ਕਿਵੇਂ ਹੋ ਸਕਦਾ ਹੈ। ਹੇ ਪੰਡਤ ਵਿਦਵਾਨ ਲੋਕੋ, ਭਾਵੇਂ ਤੁਸੀਂ ਆਪਣੇ ਹਿਰਦੇ ਵਿੱਚ
विचार के देख लवो कि संत दी सतियां दी संत भी सतियां दी तरह चार प्रकार दे हुंदे हन। पहले नंबर ते जेड़ा एक वाहिगुरू नूं व्यापक जानदा है, बाकी सब उसदी रचना समझी उस पहले दर्जे दे साधु हन। जिहड़ा एक वाहिगुरू नूं व्यापक जानना, बाकी सब उस दी रचना समझनी कि परमेश्वर दी रचना रची हुई है, ओह पहले दर्जे दा साधु हन। परमेश्वर दी रचना जान के सबना नाल प्यार करना, सेवा टहल करनी, किसे नाल बैर भाव नहीं करते, ओह दूजे दर्जे दे साधु हन। कि तीसरे दर्जे दे शरीर करके एक दी ओट रखनी, बचे रहना पर मन दा विकारां विच डोल जाना, ओह तीसरे दर्जे दे साधु हन। चौथे दर्जे दे साधु शरीर भी डोलदा होवे ते मन करके भी डोलदे हन, पर समा ना प्राप्त होण करके विकारां तो बचे रहंदे हन, ओह चौथे दर्जे दे साधु हन। प्रीत बिना कैसे बधै स्नेह, जब लग रस तब लग नहीं नेहो। गुरु साहब विच प्रीति लाए तो बगैर परमेश्वर विच किस तरह प्रेम ਵਧੇਗਾ। वाहिगुरू विच प्रीति लाए तो बगैर किस प्रकार मोह दा बाद मोह दा नाश होवेगा। जाब लग रास ताब लग नहीं नेहो, जाब लग जद तक रसा कसा शब्द स्पर्श रूप रस गंध विच फसिया होया है, ताद तक परमात्मा नाल प्रेम नहीं हो सकता। साहन सत करै जी अपने, सो रमैये को मिलै न सुपनै। जिसने अपने हिरदे विच परमेश्वर दी माया नूं निश्चय करके जानिया है कि यह माया मेरी है, मैं ही वरतनी है, ओह रमैये ओह परमात्मा नूं सुपने मात्र भी नहीं मिल सकता, भाव कदे भी नहीं मिल सकता। तान मन धन गृह सौंप शरीर, सोई सुहागन कहे कबीर। जिसने अपने तन सूखम शरीर दा अभिमान, तान पुत्र आदਿਕ मन दा हंकार, मन दी मनौत दौलत, घर अते शरीर स्थूल शरीर आदਿਕ सब कुछ परमेश्वर दे अगे अर्पण कीता होया है। भगत कबीर जी कथन करते हैं कि ओहो ही परमेश्वर दे आनंद वाली सुहागवंती महात्मा रूपी सती कहीं दी है। गौड़ी कबीर जी, भगत कबीर जी रास्ते तो लंघे आउंदे सन कि उत्थे कोई एक जगत झूठ जगत झूठ तमाखू पी रहा सी। उस वाल वेख के भगत जी ये शब्द उच्चार लगे कि भगत कबीर जी रास्ते तो लगे आउंदे सी, उत्थे कोई एक जगत झूठ तमाखू पी रहा सी। उस वाल वेख के भगत जी ने शब्द उच्चारण किया, कहन लगे विख्या व्याप्या सगल संसार। कहन लगे देखो भाई, सगल सारा संसार जगत ही विख्या, जगत झूठ तमाखू विच व्याप्या होया है, लग्या होया है। कि विख्या लै डूबी परिवार, कि विख्या तमाखू पीण दी आदत परिवारां नूं लै करके डुब रही है। रे नर नाव चौड़ कत, रे नर नाव चौड़ कत बोड़ी, हर स्यों तोड़ विख्या संग जोड़ी। कि हे पुरखा, चौड़ चपट्टियां तू अपनी बुद्धि रूपी नौका बेड़ी नूं किथे रड़े थां ते डोबी बैठा है। रे नर नाव चौड़ कत बोड़ी, के रे हे नर पुरसा, चौड़
ਚਪਟੂਆਂ ਨੂੰ ਤੂੰ ਆਪਣੀ ਬੁੱਧੀ ਰੂਪੀ ਨੌਕਾ ਬੇੜੀ ਨੂੰ ਕਿਤੇ ਰੜੇ ਥਾਂ ਤੇ ਡੁਬੋਈ ਬੈਠਾ ਹੈ। ਤੂੰ ਪਰਮੇਸ਼ਰ ਨਾਲ ਪ੍ਰੀਤੀ ਤੋੜ ਲਈ ਹੈ। ਹਰ ਸਿਉ ਤੋੜ ਕਿ ਹਰੀ ਪਰਮੇਸ਼ਰ ਦੇ ਨਾਲੋਂ ਪ੍ਰੀਤੀ ਤੋੜ ਰੱਖੀ ਹੈ। ਵਿਖਿਆ ਸੰਗ ਜੋੜੀ ਕਿ ਜਗਤ ਝੂਠ ਤਮਾਖੂ ਨਾਲ ਪ੍ਰੀਤੀ ਲਾਈ ਬੈਠਾ ਹੈ। ਰਹਾਓ। ਵਿਸ਼ਰਾਮ ਦੇ ਕੇ ਭਗਤ ਜੀ ਕਹਿਣ ਲੱਗੇ, ਸੁਰ ਨਰ ਦਾਦੇ ਲਾਗੀ ਆਗ ਕਿ ਸੁਰ ਦੇਵਤੇ ਕਹਾਉਣ ਵਾਲੇ, ਬ੍ਰਾਹਮਣ ਨਰ ਜੋਧਾ ਬਹਾਦਰ ਕਹਾਉਣ ਵਾਲੇ, ਛਤਰੀ ਵੀ ਇਸ ਤਮਾਕੂ ਦੀ ਲੱਗੀ ਹੋਈ ਅੱਗ ਵਿੱਚ ਦਾਦੇ ਸੜ ਰਹੇ ਹਨ। ਇਸ ਦੀ ਕੁਸੰਗਤ ਤੋਂ ਬਚਣ ਵਾਸਤੇ ਨਿਕਟ ਨੀਰ ਪਾਸ ਪੀਵਸ ਨਾ ਝਾਗ ਕਿ ਇਸ ਤੋਂ ਬਚਣ ਵਾਸਤੇ ਨਿਕਟ ਨੇੜੇ ਹੀ ਸਾਧ ਸੰਗਤ ਵਿੱਚ ਨਾਮ ਰੂਪ ਨਿਰਮਲ ਨੀਰ ਨਿਰਮਲ ਪਾਣੀ ਹੈ। ਪਰੰਤੂ ਜੀਵ ਪਾਸ ਪਸ਼ੂ ਪਣੇ ਵਾਲੇ ਸੁਭਾਅ ਵਿੱਚ ਲੱਗਿਆ ਹੋਣ ਕਰਕੇ ਜਗਤ ਝੂਠ ਰੂਪ ਬੂਰ ਤੋਂ ਲੰਘ ਕਰਕੇ ਨਾਮ ਰੂਪ ਜਲ ਨਹੀਂ ਪੀਂਦਾ। ਕਿ ਭਗਤ ਜੀ ਇਹ ਪਾਣੀ ਨਿਕਲਦਾ ਕਿਵੇਂ ਹੈ? ਭਗਤ ਜੀ ਕਹਿਣ ਲੱਗੇ, ਚੇਤਤ ਚੇਤਤ ਨਿਕਸਿਓ ਨੀਰ ਜੋ ਜਲ ਨਿਰਮਲ ਕਹਿਤ ਕਬੀਰ। ਭਗਤ ਜੀ ਕਹਿਣ ਲੱਗੇ ਕਿ ਜਿੱਥੇ ਪਰਮੇਸ਼ਰ ਨੂੰ ਸਤ ਸੰਗਤ ਚੇਤਤ ਚੇਤੇ ਕਰਦੀ ਹੈ, ਉੱਥੇ ਚੇਤਤ ਚਿਤਮਨੀ ਕਰਦਿਆਂ ਕਰਦਿਆਂ ਪਰਮੇਸ਼ਰ ਦਾ ਨਾਮ ਰੂਪੀ ਨੀਰ ਨਾ ਰੂਪੀ ਜਲ ਨਿਕਲਦਾ ਹੈ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਅਸੀਂ ਉਸ ਪਾਣੀ ਨੂੰ, ਉਸ ਜਲ ਨੂੰ ਉਜਲ ਕਹਿੰਦੇ ਹਾਂ, ਨਿਰਮਲ ਕਹਿੰਦੇ ਹਾਂ। ਇਹ ਉਜਲ ਹੋਣ ਦਾ ਤਰੀਕਾ ਦੱਸਿਆ ਹੈ ਕਿ ਚੇਤਤ ਚੇਤਤ ਨਿਕਸਿਓ ਨੀਰ ਸੋ ਜਲ ਨਿਰਮਲ ਕਹਿਤ ਕਬੀਰ, ਕਾਥਤ ਕਬੀਰ। ਕਿ ਜਿੱਥੇ ਪਰਮੇਸ਼ਰ ਨੂੰ ਸਤ ਸੰਗਤ ਚੇਤਤ ਚੇਤੇ ਕਰਦੀ ਹੈ, ਉੱਥੇ ਚੇਤਤ ਚਿਤਵਨੀ ਕਰਦਿਆਂ ਕਰਦਿਆਂ ਪਰਮੇਸ਼ਰ ਦਾ ਨਾਮ ਰੂਪੀ ਜਲ ਨਿਕਲਦਾ ਹੈ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਅਸੀਂ ਉਸ ਜਲ, ਉਸ ਪਾਣੀ ਨੂੰ ਨਿਰਮਲ ਉਜਲ ਕਹਿੰਦੇ ਹਾਂ। ਜਿਹੜਾ ਸਤ ਸੰਗਤ ਰੂਪੀ ਸਰੋਵਰ ਦੇ ਵਿੱਚੋਂ ਨਾਮ ਰੂਪੀ ਪਾਣੀ ਜਲ ਨਿਕਲਦਾ ਹੈ, ਉਹ ਉਜਲ ਹੋਣ ਦਾ ਤਰੀਕਾ ਦੱਸਿਆ ਹੈ। ਭਗਤ ਕਬੀਰ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਕਰਵਾਇਆ ਹੈ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਦੀ ਸੰਗਤ ਗੁਰੂ ਬਖਸ਼ਣਹਾਰ ਹਨ। ਹੋਈਆਂ ਭੁੱਲਾਂ ਦੀ ਖਿਮਾ